Hello everyone, welcome to Victor's Knowledge. This is Chinu Sharma and today we are going to take up a very important topic that is Indian economy. ਤੇ ਅੱਜ ਆਪਾਂ part 1 ਦੇ ਵਿੱਚ important 50 MCQs ਦੇਖਾਂਗੇ related to Indian economy ਤੇ next part ਦੇ ਵਿੱਚ ਆਪਾਂ remaining important 50 MCQs cover ਕਰਾਂਗੇ ਤੇ ਜਿਹੜਾ ਇਹ Indian economy ਦਾ topic ਹੈ ਇਹ particularly excise taxation inspector exam ਦੇ ਲਈ ਬਹੁਤ ਜ਼ਿਆਦਾ important ਹੈ ਤੇ ਬਾਕੀ ਆਪਾਂ ਨੂੰ ਪਤਾ ਹੈ ਕੋਈ ਵੀ ਐਗਜ਼ਾਮ ਹੈ ਚਾਹੇ ਸਟੇਟ ਲੈਵਲ ਦਾ ਸੈਂਟਰਲ ਲੈਵਲ ਦਾ ਇਕਨੋਮਿਕਸ ਦੇ ਵਿੱਚੋਂ 2 ਜਾਂ 3 ਜਾਂ ਇਸ ਤੋਂ ਕੋਈ ਵਾਰੀ ਜ਼ਿਆਦਾ ਵੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦੇ ਨੇ ਸੋ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਫਰਸਟ ਕੁਐਸਚਨ ਇਜ਼ ਸਟਰਕਚਰਲ ਇਨਫਲੇਸ਼ਨ ਦਾ ਕੀ ਮਤਲਬ ਹੈ ਸੋ ਸਟਰਕਚਰਲ ਮਹਿੰਗਾਈ ਉਦੋਂ ਆਉਂਦੀ ਹੈ ਜਦੋਂ ਕਿਸੇ ਸੁਸਾਇਟੀ ਦੇ ਵਿੱਚ ਇਕਨੋਮੀ ਦੇ ਵਿੱਚ ਜਿਹੜੇ ਇੰਪੋਰਟੈਂਟ ਇਨਪੁਟਸ ਨੇ ਉਹਨਾਂ ਦੇ ਪ੍ਰਾਈਸ ਰੇਟ ਵੱਧ ਜਾਣ ਸੋ ਇਟ ਮੀਨਸ ਰਾਈਜ਼ਿੰਗ ਪ੍ਰਾਈਸਿਸ ਆਫ ਇੰਪੋਰਟੈਂਟ ਇਨਪੁਟ ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਾਈ ਪਾਵਰਡ ਮਨੀ ਕੀ ਹੈ ਸੋ ਹਾਈ ਪਾਵਰਡ ਪੈਸਾ ਮਨੀ ਉਹ ਚੀਜ਼ ਹੈ ਜਿਹੜੀ ਕਿਸੇ ਵੀ ਦੇਸ਼ ਦਾ ਜਿਹੜਾ ਸੈਂਟਰਲ ਬੈਂਕ ਹੈ ਟੌਪ ਮੋਸਟ ਬੈਂਕ ਹੈ ਉਹ ਇਸ਼ੂ ਕਰੇ ਸੋ ਹਾਈ ਪਾਵਰਡ ਮਨੀ ਸਿੰਪਲੀ is the money issued by central bank of the country ਤੇ ਇੰਡੀਆ ਦਾ ਸੈਂਟਰਲ ਬੈਂਕ ਕੌਣ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੈਕਸਟ ਕੁਐਸਚਨ ਰਿਜ਼ਰਵ ਬੈਂਕ ਨਾਲ ਰਿਲੇਟਡ ਹੀ ਹੈ ਸੋ ਜਦੋਂ ਆਰਬੀਆਈ ਮਾਰਕੀਟ ਦੇ ਵਿੱਚ ਜਿਹੜੀਆਂ ਉਹਦੇ ਕੋਲ ਸਿਕਿਉਰਿਟੀਆਂ ਨੇ ਉਹਨਾਂ ਨੂੰ ਵੇਚੇ ਸੈਲ ਕਰੇ ਤਾਂ ਉਹਦੇ ਨਾਲ ਮਾਰਕੀਟ ਵਿੱਚ ਕੀ ਅਸਰ ਹੁੰਦਾ ਹੈ ਸੋ ਜਦੋਂ ਆਰਬੀਆਈ ਆਪਣੀਆਂ ਸਿਕਿਉਰਿਟੀਆਂ ਵੇਚ ਦਿੰਦਾ ਤਾਂ ਉਹਦੇ ਨਾਲ ਮਾਰਕੀਟ ਦੇ ਵਿੱਚ ਜੋ ਵੀ ਐਕਸਟਰਾ ਲਿਕੁਇਡਿਟੀ ਹੈ ਕੈਸ਼ ਹੈ ਪੈਸਾ ਹੈ ਉਹ ਸਾਰਾ ਕੁਝ ਮੌਪ ਅਪ ਹੋ ਜਾਂਦਾ ਹੈ ਨੈਕਸਟ ਚੌਥਾ ਕੁਐਸਚਨ ਹੈ ਸਾਈਕਲਿਕਲ ਅਨਇੰਪਲੋਇਮੈਂਟ ਕਦੋਂ ਹੁੰਦੀ ਹੈ ਸੋ ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਬਿਜ਼ਨਸ ਟ੍ਰੇਡ ਸਾਈਕਲਸ ਦੇ ਵਿੱਚ ਵਧਣ ਕੋਈ ਰਿਸੈਸ਼ਨਰੀ ਫੇਜ਼ ਆ ਗਿਆ ਸੋ ਉਸ ਸਮੇਂ ਜਿਹੜੀ ਅਨਇੰਪਲੋਇਮੈਂਟ ਹੁੰਦੀ ਹੈ ਬੇਰੁਜ਼ਗਾਰੀ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਸਾਈਕਲਿਕਲ ਅਨਇੰਪਲੋਇਮੈਂਟ ਸੋ ਡਿਪਰੈਸ਼ਨ ਰਿਸੈਸ਼ਨ ਬੂਮ ਜਿਹੜੇ ਇਹ ਟ੍ਰੇਡ ਸਾਈਕਲ ਨੇ ਇਹਨਾਂ ਦੇ ਕਾਰਨਾਂ ਕਰਕੇ ਜਦੋਂ ਬੇਰੁਜ਼ਗਾਰੀ ਆਵੇ ਨੈਕਸਟ ਪੰਜਵਾਂ ਕੁਐਸਚਨ ਹੈ ਵਿਦ ਰੈਫਰੈਂਸ ਟੂ ਇੰਡੀਅਨ ਇਕਨੋਮੀ difference of outflow and inflow of foreign currency ਜਦੋਂ ਬਾਹਰ ਦਾ ਪੈਸਾ ਆਪਣੇ ਦੇਸ਼ 'ਚ ਆ ਰਿਹਾ ਹੈ ਕੁਝ ਆਪਣੇ ਦੇਸ਼ ਚੋਂ ਬਾਹਰ ਜਾ ਰਿਹਾ ਹੈ ਜਿਹੜਾ ਉਹਦਾ ਡਿਫਰੈਂਸ ਹੈ ਆਪਸ ਦਾ ਫਰਕ ਹੈ ਉਹਨੂੰ ਆਪਾਂ ਕਹਿੰਦੇ ਆ ਬੈਲੈਂਸ ਆਫ ਪੇਮੈਂਟ ਨੈਕਸਟ 6th ਕੁਐਸਚਨ ਹੈ ਕਿਹੜੇ 5 ਈਅਰ ਪਲਾਨ ਦੇ ਵਿੱਚ ਇੰਡੀਕੇਟਿਵ ਪਲਾਨਿੰਗ ਨੂੰ ਅਡਾਪਟ ਕੀਤਾ ਸੀ ਸੋ ਇੰਡੀਕੇਟਿਵ ਪਲਾਨ ਅਡਾਪਟ ਕੀਤੀ ਗਈ ਸੀ 8th 5 ਈਅਰ ਪਲਾਨ ਦੇ ਵਿੱਚ So seventh question is what is marginal standing facility rate? So MSF rate simply repo rate ਤੋਂ ਮਹਿੰਗਾ rate ਹੁੰਦਾ ਹੈ so it is costlier than repo rate. 8ਵਾਂ question ਹੈ ਆਪਣੇ ਕੋਲ ਕੁਝ statements ਨੇ ਆਪਾਂ ਨੇ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੀਆਂ statements ਸਹੀ ਨੇ ਸੋ ਪਹਿਲਾ ਹੈ in India data related to unemployment is compiled by NSSO ਸੋ ਕਹਿੰਦੇ ਇੰਡੀਆ ਦੇ ਵਿੱਚ ਜਿਹੜਾ ਬੇਰੁਜ਼ਗਾਰੀ ਦਾ ਪੂਰਾ ਡੇਟਾ ਹੈ ਉਹਨੂੰ NSSO ਕੰਪਾਈਲ ਕਰਦੀ ਹੈ ਸੋ ਇਹ ਸਟੇਟਮੈਂਟ ਬਿਲਕੁਲ ਸਹੀ ਹੈ ਨੈਕਸਟ ਇਜ਼ ਅਨਇੰਪਲੋਇਮੈਂਟ ਇਨ ਇੰਡੀਆ ਇਜ਼ ਸਟਰਕਚਰਲ ਇਨ ਨੇਚਰ ਸੋ ਆਪਾਂ ਨੇ ਆਪਣੇ ਅਨਇੰਪਲੋਇਮੈਂਟ ਦੇ ਲੈਕਚਰ ਵਿੱਚ ਵੀ ਦੇਖਿਆ ਸੀ ਕਿ ਇੰਡੀਆ ਦੇ ਵਿੱਚ ਮੇਨਲੀ ਸੀਜ਼ਨਲ ਕਾਈਂਡ ਦੀ ਅਨਇੰਪਲੋਇਮੈਂਟ ਹੈ ਜਾਂ ਫਿਰ ਡਿਸਗਾਈਜ਼ਡ ਵੀ ਹੈ ਸੋ ਕੱਲੀ ਸਟਰਕਚਰਲ ਅਨਇੰਪਲੋਇਮੈਂਟ ਨਹੀਂ ਹੈ ਹੋਰ ਬਹੁਤ ਬਾਕੀ ਤਰ੍ਹਾਂ ਦੇ ਅਨਇੰਪਲੋਇਮੈਂਟ ਨੇ ਸੋ ਸੈਕਿੰਡ ਸਟੇਟਮੈਂਟ ਉਰੇ ਗਲਤ ਹੋ ਜਾਂਦੀ ਹੈ ਥਰਡ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਨਾਲ ਜਿਹੜੀ ਲੇਬਰ ਦੀ ਮਾਰਜਨਲ ਪ੍ਰੋਡਕਟਿਵਿਟੀ ਹੈ ਉਹ ਜ਼ੀਰੋ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਜਦੋਂ ਜ਼ਰੂਰਤ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹੋਣ ਕਿਤੇ 5 ਬੰਦਿਆਂ ਦੀ ਲੋੜ ਹੈ ਸੋ ਉੱਥੇ ਜੇ 10 ਬੰਦੇ ਕਰ ਰਹੇ ਨੇ ਤਾਂ ਜਿਹੜੇ 5 ਐਕਸਟਰਾ ਨੇ ਉਹਨਾਂ ਬੰਦਿਆਂ ਦੀ ਜਿਹੜੀ ਪ੍ਰੋਡਕਟਿਵਿਟੀ ਆ ਆਊਟਪੁੱਟ ਆ ਰਿਹਾ ਕੰਮ ਦਾ ਉਹ ਜ਼ੀਰੋ ਹੈ ਸੋ ਥਰਡ ਸਟੇਟਮੈਂਟ ਵੀ ਸਹੀ ਹੈ ਇਸੇ ਲਈ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਰੁਪੀ ਇਜ਼ ਵੀਕਨਿੰਗ ਅਗੇਂਸਟ ਡਾਲਰ ਸੋ ਜੇ ਡਾਲਰ ਦੇ ਅਗੇਂਸਟ ਜਿਹੜਾ ਰੁਪੀ ਹੈ ਇੰਡੀਆ ਦੀ ਕਰੰਸੀ ਹੈ ਉਹ ਵੀਕ ਹੋ ਰਹੀ ਹੈ ਸੋ ਆਪਾਂ ਨੇ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਕਿਹੜਾ ਰੀਜ਼ਨ ਸਹੀ ਹੈ ਵੀਕਨਿੰਗ ਦੇ ਲਈ ਪਹਿਲਾ ਹੈ ਕਿ ਜੇ ਡਾਲਰ ਦੇ ਅਗੇਂਸਟ ਪੈਸੇ ਦੀ ਵੈਲਿਊ ਘਟ ਰਹੀ ਹੈ ਵੀਕਨ ਹੋ ਰਿਹਾ ਰੁਪੀ it means demand of rupee is less than the demand for dollar. Next, RBI can itself manage the adjustment requirement to enhance value of rupee by itself to some extent. Third, weak rupee can help us boost export
and reduce the current account deficit. So ਇਹ ਤਿੰਨੋਂ ਰੀਜ਼ਨ ਬਿਲਕੁਲ ਸਹੀ ਨੇ related to rupee weakening. So ਇਹਦਾ right answer ਹੈ option D, all the above. 10th question ਹੈ consider the following statement with regard to inflation. So inflation ਦੇ ਨਾਲ related ਆਪਾਂ ਨੂੰ ਪਤਾ ਹੈ ਦੋ index ਹੁੰਦੇ ਨੇ ਅਲੱਗ-ਅਲੱਗ ਜਿਹੜੇ measure ਕਰਦੇ ਨੇ inflation ਨੂੰ. ਸੋ ਆਪਣੇ ਕੋਲ ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ. ਪਹਿਲੀ ਹੈ WPI ਇੱਕ ਕਮੋਡਿਟੀ ਇੰਡੈਕਸ ਹੈ ਤੇ CPI ਕਮੋਡਿਟੀ ਤੇ ਸਰਵਿਸ ਇੰਡੈਕਸ. ਸੋ ਇਹ ਸਟੇਟਮੈਂਟ ਸਹੀ ਹੈ. ਨੈਕਸਟ ਹੈ WPI ਵੀਕਲੀ ਬੇਸ ਤੇ ਪਬਲਿਸ਼ ਹੁੰਦਾ ਹੈ, CPI ਮੰਥਲੀ. ਸੋ ਇਹ ਸਟੇਟਮੈਂਟ ਉਰੇ ਗਲਤ ਹੈ, ਇਸੇ ਲਈ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ A. 11th question is increase in number of bank as is being done by RBI would result in. ਸੋ ਜੇ ਬੈਂਕ ਜ਼ਿਆਦਾ ਹੋਣਗੇ, ਬੈਂਕਾਂ ਦਾ ਨੰਬਰ RBI ਵਧਾ ਦੂਗਾ ਤਾਂ ਉਹਦੇ ਨਾਲ ਕੀ ਅਸਰ ਹੋਊਗਾ. ਸੋ ਪਹਿਲਾ ਹੈ greater financial inclusion, ਬਿਲਕੁਲ ਸਹੀ ਹੈ. ਬੈਂਕਿੰਗ ਸੈਕਟਰ ਕੰਸੋਲੀਡੇਟ ਹੋ, ਐਕਸਪੈਂਡ ਹੋ, ਹੋਰ ਜ਼ਿਆਦਾ ਸਟਰੋਂਗ ਹੋ. ਸੋ ਬੈਂਕਾਂ ਦੇ ਨੰਬਰ ਵਧਾਉਣ ਦੇ ਨਾਲ ਇਸ ਚੀਜ਼ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਬੈਂਕਿੰਗ ਸੈਕਟਰ ਦਾ. ਜੇ ਆਪਣੇ ਕੋਲ ਥੋੜੇ ਬੈਂਕ ਨੇ ਉਹ ਇਫੈਕਟਿਵਲੀ ਕੰਮ ਕਰ ਰਹੇ ਨੇ, ਉਹ ਮਰਜ ਹੋ ਕੇ ਸਿੰਗਲ ਬੈਂਕ ਬਣ ਗਏ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ. ਜਿਵੇਂ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਅੱਜ ਕੱਲ੍ਹ ਬਹੁਤ ਬੈਂਕ ਮਰਜ ਕੀਤੇ ਜਾ ਰਹੇ ਨੇ. ਸੋ ਕੰਸੋਲੀਡੇਸ਼ਨ ਦਾ ਨੰਬਰ ਆਫ ਬੈਂਕਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ. ਸਿਰਫ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ 1000 ਬੈਂਕ ਹੈ ਜੇ ਕਿਸੇ ਦੇਸ਼ ਦੇ ਵਿੱਚ ਤਾਂ ਉੱਥੋਂ ਦਾ ਬੈਂਕਿੰਗ ਸੈਕਟਰ ਵਧੀਆ ਹੋਊਗਾ. ਜੇ ਕਿਸੇ ਦੇਸ਼ ਦੇ ਵਿੱਚ 50 ਬੈਂਕ ਨੇ ਚਾਹੇ ਉਹ ਇਫੈਕਟਿਵਲੀ ਕੰਮ ਕਰ ਰਹੇ ਨੇ ਤਾਂ ਉਹ ਵੀ ਪੰਜਾਬ ਬੈਂਕ ਜ਼ਿਆਦਾ ਵਧੀਆ ਤਰ੍ਹਾਂ ਨਾਲ ਬੈਂਕਿੰਗ ਸੈਕਟਰ ਨੂੰ ਚਲਾ ਸਕਦੇ ਨੇ. ਸੋ ਸੈਕਿੰਡ ਸਟੇਟਮੈਂਟ ਉਰੇ ਗਲਤ ਹੈ. increasing availability of loan to larger segment of population. ਸੋ ਇਹ ਸਹੀ ਹੈ, easily approachable ਹੋ ਜਾਣਗੇ ਜੇ ਜ਼ਿਆਦਾ ਬੈਂਕ ਹੋਣਗੇ. ਚੌਥੀ ਸਟੇਟਮੈਂਟ ਹੈ productive use of unused cash. ਸੋ ਇਹ ਵੀ ਬਿਲਕੁਲ ਸਹੀ ਸਟੇਟਮੈਂਟ ਹੈ. ਸੋ ਆਪਸ਼ਨ C is the right answer. ਨੈਕਸਟ ਮਹਾਨਲੋਬਿਸ ਮਾਡਲ ਕਿਹੜੇ ਪਲਾਨ ਡਿਵੈਲਪ ਕੀਤਾ ਗਿਆ ਸੀ. ਸੋ ਇਹਦਾ ਰਾਈਟ ਆਨਸਰ ਹੈ ਸੈਕਿੰਡ 5-year plan. Which authority recommend principle governing grant in aid of revenue of state out of consolidated fund of India. ਸੋ ਕਿਹੜੀ ਅਥਾਰਟੀ ਹੈ ਜਿਹੜੀ ਆਪਾਂ ਨੂੰ ਦੱਸਦੀ ਹੈ ਵੀ ਜਿਹੜਾ ਕੰਸੋਲੀਡੇਟਡ ਫੰਡ ਹੈ, ਸੰਵਿਧਾਨ ਦੇ ਵਿੱਚ ਵੀ ਸਪੈਸ਼ਲੀ ਮੈਂਸ਼ਨਡ ਹੈ, ਇੰਡੀਆ ਦਾ ਕੰਸੋਲੀਡੇਟਡ ਫੰਡ ਹੈ, ਉਹਦੇ ਵਿੱਚੋਂ ਜਿਹੜੇ ਸਟੇਟਸ ਨੂੰ ਗ੍ਰਾਂਟ ਇਨ ਏਡ ਮਿਲਦੀ ਹੈ ਉਹਨੂੰ ਕਿਵੇਂ ਯੂਜ਼ ਕਰਨਾ ਹੈ, ਕਿਵੇਂ ਗਵਰਨ ਕਰਨਾ ਹੈ. ਸੋ ਇਹਦੀ ਰੈਕਮੈਂਡੇਸ਼ਨ ਦਿੰਦੀ ਹੈ, ਪ੍ਰਿੰਸੀਪਲਸ ਬਣਾਉਂਦੀ ਹੈ ਫਾਈਨੈਂਸ ਕਮਿਸ਼ਨ. So Economic Survey of India is published officially every year by. So Economic Survey published ਕੀਤਾ ਜਾਂਦਾ ਹੈ by Ministry of Finance under Government of India. ਜਿਹੜਾ first 5-year plan ਸੀ ਉਹਦੀ top priority ਕੀ ਸੀ, ਪਹਿਲ ਕੀ ਸੀ. ਸੋ ਉਹਦੀ priority ਸੀ agriculture ਤੇ irrigation. Convertibility of rupee implies ਜਦੋਂ ਆਪਾਂ ਪੈਸਾ convert ਕਰਦੇ ਹਾਂ ਤਾਂ ਉਹਦਾ ਮਤਲਬ ਹੁੰਦਾ ਹੈ freely permitting the conversion of rupee into foreign currency at market value. ਨੀਤੀ ਆਯੋਗ ਨੂੰ ਲੈ ਕੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ. ਸੋ ਨੀਤੀ ਆਯੋਗ ਇੱਕ ਐਡਵਾਈਜ਼ਰੀ ਬਾਡੀ ਹੈ. Which of the following can be ascribed to be reason of privatization? ਸੋ ਪ੍ਰਾਈਵੇਟਾਈਜੇਸ਼ਨ ਦਾ ਮੇਨ ਕਾਰਨ ਕੀ ਹੋ ਸਕਦਾ ਹੈ. A ਡਾਊਨਸਾਈਜ਼ਿੰਗ ਗਵਰਨਮੈਂਟ ਦਾ ਕੰਟਰੋਲ ਘਟਾਉਣਾ, ਐਫੀਸ਼ੀਐਂਸੀ ਨੂੰ ਇੰਪਰੂਵ ਕਰਨਾ, crowding out of investment ਜਾਂ fourth better resource allocation. ਸੋ ਥਰਡ ਸਟੇਟਮੈਂਟ ਨੂੰ ਛੱਡ ਕੇ ਬਾਕੀ ਸਾਰੇ ਰੀਜ਼ਨਸ ਬਿਲਕੁਲ ਸਹੀ ਨੇ. ਸੋ ਇਸੇ ਲਈ ਇਹਦਾ ਰਾਈਟ ਆਨਸਰ ਹੈ all except 3. ਨੈਕਸਟ ਫਿਲਿਪ ਕਰਵ, ਇਹਦੇ ਬਾਰੇ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਕੁਐਸਚਨ ਆਇਆ ਹੈ, ਸਪੈਸ਼ਲੀ ਜਿਹੜੇ ਐਗਜ਼ਾਮ PPSC ਕੰਡਕਟ ਕਰਦੀ ਹੈ. ਸੋ ਇਦਾਂ ਦੇ ਕੁਐਸਚਨ ਬਾਰ-ਬਾਰ ਪੁੱਛਦੇ ਨੇ. ਸੋ ਫਿਲਿਪਸ ਕਰਵ ਕਿਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਨੂੰ ਡਿਸਕ੍ਰਾਈਬ ਕਰਦਾ ਹੈ. ਸੋ ਇਹ ਡਿਸਕ੍ਰਾਈਬ ਕਰਦਾ ਹੈ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਆਪਸ ਦੇ ਵਿੱਚ ਰਿਲੇਸ਼ਨ ਨੂੰ. ਸੋ ਅਨਇੰਪਲੋਇਮੈਂਟ ਐਂਡ ਇਨਫਲੇਸ਼ਨ ਰੇਟ. Which of the following is not correct? ਸੋ ਇਹਨਾਂ ਦੇ ਵਿੱਚੋਂ ਜਿਹੜੀ ਸਟੇਟਮੈਂਟ ਕਰੈਕਟ ਨਹੀਂ ਹੈ ਉਹ ਹੈ ਆਪਸ਼ਨ ਨੰਬਰ 3rd. ਸੋ ਜੇ ਗਿੰਨੀ ਕੋਐਫੀਸ਼ੀਐਂਟ ਵਧੂਗਾ ਇਹਨਾਂ ਨੇ ਕਿਹਾ ਇਨਇਕੁਐਲਿਟੀ ਘਟੂਗੀ. ਸੋ ਇਹ ਸਟੇਟਮੈਂਟ ਗਲਤ ਹੈ. Question number 21. With reference to census 2021, consider the following in context of urbanization. ਸੋ ਆਪਾਂ ਨੇ ਦੱਸਣਾ ਹੈ urbanization ਨੂੰ ਲੈ ਕੇ ਕਿਹੜੀਆਂ ਸਟੇਟਮੈਂਟ ਸਹੀ ਨੇ.
सो पहली है सेंसस डेफिनेशन ऑफ अर्बन एरिया इज बेस्ड ऑन population density percentage of male working population in case of census town. So A statement बिल्कुल सही है. Second है urbanization is restricting the engine of economic growth. So restrict नहीं कर रही, A statement गलत होगी. तीजी growth in statutory town is much higher than census town. So A statement भी गलत है. Only option first is right here. Pradhan Adarsh Gram Yojana aims to ensure integrated development of selected village. So village ਨੂੰ select ਕਰਨ ਦਾ ਇਸ ਸਕੀਮ ਦੇ ਅੰਦਰ criteria ਕੀ ਹੈ? So criteria ਹੈ ਕਿ 50% population SC category ਦੀ ਹੋਣੀ ਚਾਹੀਦੀ ਹੈ, 50% of population belongs to scheduled caste. Government of India refers to absolute poverty line in terms of, so absolute poverty line ਨੂੰ ਆਪਾਂ measure ਕਰਦੇ ਹਾਂ household consumption expenditure ਦੇ ਨਾਲ. The ever widening current account deficit could be held responsible for which of the problem? So current account deficit ਇਹ ਸਾਰੀਆਂ problems ਨੂੰ deal ਕਰਦਾ ਹੈ, responsible ਆਪਾਂ ਮੰਨਦੇ ਹਾਂ. Number 1 fall of domestic current in foreign exchange. Second stock market crash, inflation, fiscal deficit. So ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰੋਬਲਮਸ ਮੰਨਦੇ ਹਾਂ ਜਦੋਂ ਕਰੰਟ ਅਕਾਊਂਟ ਡੈਫਿਸਿਟ ਦੀ ਗੱਲ ਕਰਦੇ ਹਾਂ ਕਿ ਉਹ ਵੱਧ ਰਿਹਾ. 25th the rapid growth in rate of inflation in which money loses its value to the point wherein alternative medium of exchange such as barter or foreign currency are common use. ਜਦੋਂ ਬਹੁਤ ਜ਼ਿਆਦਾ ਮਹਿੰਗਾਈ ਹੋ ਜਾਵੇ ਵੀ ਪੈਸਾ ਆਪਣੀ ਵੈਲਿਊ ਹੀ ਖਤਮ ਕਰਨ ਲੱਗ ਜਾਵੇ, ਸੋ ਉਸ ਟਾਈਪ ਦੀ ਆਪਾਂ ਇਨਫਲੇਸ਼ਨ ਨੂੰ ਕਹਿੰਦੇ ਆ hyperinflation. Which of the following factor can be credited as being the reason for causing moderation in inflation? So inflation ਦੇ ਵਿੱਚ ਥੋੜੀ ਜਿਹੀ ਜੇ ਆਪਾਂ ਕਹੀਏ ਵੀ moderate stability ਲਿਆਉਣ ਦੇ ਲਈ ਕਿਹੜੇ ਮੇਨ ਕਾਰਨ ਨੇ? So ਪਹਿਲਾ decline in global crude price, softness in price of coal, ਬਿਲਕੁਲ ਸਹੀ ਹੈ. Softness in price of edible oil, tight monetary policy, acceleration in wage growth rate. So ਇਹ ਚੀਜ਼ ਦਾ ਇਨਫਲੇਸ਼ਨ ਨੂੰ ਮੋਡਰੇਟ ਕਰਨ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ. ਸੋ ਫਰਸਟ, ਸੈਕਿੰਡ, ਥਰਡ ਇਹ ਤਿੰਨੋਂ ਰੀਜ਼ਨ ਬਿਲਕੁਲ ਸਹੀ ਨੇ. NSSO ਕਿਸ ਮਿਨਿਸਟਰੀ ਦੇ ਅੰਦਰ ਕੰਮ ਕਰਦੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਹੈ. ਸੋ NSSO functions under Ministry of Statistics and Program Implementation. Next question ਹੈ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਸਾਰੀਆਂ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ ਸਕੀਮਸ ਚਲਾਈਆਂ ਹੈ. India has the dubious distinction of highest number and highest proportion of informal worker. ਕਹਿੰਦੇ ਇੰਡੀਆ ਦੇ ਵਿੱਚ ਆਪਾਂ ਨੂੰ ਇਹ ਚੀਜ਼ ਦਾ ਪਤਾ, ਆਪਾਂ ਬਹੁਤ ਵਾਰੀ ਦੇਖਦੇ ਹਾਂ, ਸੋਚਦੇ ਹਾਂ ਕਿ ਇੰਨੀਆਂ ਸਕੀਮਸ ਆਈ ਜਾਂਦੀਆਂ ਨੇ ਸਕਿੱਲ ਡਿਵੈਲਪਮੈਂਟ ਨੂੰ ਲੈ ਕੇ, ਫਿਰ ਵੀ ਇਨਫਾਰਮਲ ਸੈਕਟਰ ਲੇਬਰ ਮਾਰਕੀਟ ਦੇ ਵਿੱਚ ਇੰਨੇ ਜ਼ਿਆਦਾ ਲੋਕ ਕਿਉਂ ਨੇ? ਉਹਨਾਂ ਦੀ ਸਕਿੱਲ ਕਿਉਂ ਨਹੀਂ ਡਿਵੈਲਪ ਹੋ ਰਹੀ? ਉਹ ਸਕੀਮਸ ਦੇ ਅੰਦਰ ਵਧੀਆ ਤਰ੍ਹਾਂ ਦੀਆਂ ਜੌਬਸ ਕਿਉਂ ਨਹੀਂ ਲੈ ਪਾ ਰਹੇ? ਸੋ ਆਪਾਂ ਨੇ ਦੱਸਣਾ ਵੀ ਕਿਹੜੇ ਰੀਜ਼ਨ ਸਹੀ ਹੋ ਸਕਦੇ ਨੇ ਇੰਡੀਆ ਦੀ ਲੇਬਰ ਮਾਰਕੀਟ ਦੇ ਵਿੱਚ ਜਿਹੜਾ ਇੰਨਾ ਹਾਈਐਸਟ ਪ੍ਰਪੋਰਸ਼ਨ ਹੈ, ਇੰਨਾ ਨੰਬਰ ਹੈ ਲੇਬਰਰਸ ਦਾ, ਉਹਦੇ ਕਰਕੇ. ਫਰਸਟ ਰੀਜ਼ਨ ਹੋ ਸਕਦਾ ਹੈ more than 90% of workers are working in informal sector. ਸੋ ਇੰਡੀਆ ਦੀ ਲੇਬਰ ਮਾਰਕੀਟ ਤੇ ਜੇ ਗੱਲ ਕਰੀਏ ਤਾਂ 90% ਤੋਂ ਜ਼ਿਆਦਾ ਵਰਕਰ ਇਨਫਾਰਮਲ ਸੈਕਟਰ ਦੇ ਵਿੱਚ ਹੀ ਅੱਜ ਵੀ ਕੰਮ ਕਰ ਰਹੇ ਨੇ. ਸੋ ਇਹ ਬਿਲਕੁਲ ਸਹੀ ਹੈ. ਨੈਕਸਟ ਇਜ਼ 1/4 of workers were below poverty line. ਸੋ ਉਹਨਾਂ ਦੇ ਵਿੱਚੋਂ 1/4 ਇੱਕ ਚੌਥਾਈ ਵਰਕਰ poverty line ਜਿਹੜੀ ਰੇਖਾ ਹੈ, ਗਰੀਬੀ ਰੇਖਾ, ਉਹਦੇ ਤੋਂ ਵੀ ਨੀਚੇ ਆਉਂਦੇ ਨੇ, ਇੰਨੇ ਗਰੀਬ ਨੇ. ਸੋ ਇਹ ਵੀ ਬਿਲਕੁਲ ਸਹੀ ਹੈ. ਥਰਡ, only 20% of workforce in the age group of 50 to 59 receive some kind of vocational training. So ਇਹ statement ਗਲਤ ਹੈ. The percentage of workers who receive vocational training was highest in service sector. So ਇਹ statement ਵੀ ਸਹੀ ਹੈ ਕਿ ਜਿਹੜਾ ਆਪਣੇ ਕੋਲ ਇਨਫਾਰਮਲ ਸੈਕਟਰ ਹੈ ਉੱਥੇ ਸਕਿੱਲ ਟ੍ਰੇਨਿੰਗ ਸਿਰਫ ਕਾਗਜ਼ਾਂ ਤੱਕ ਸੀਮਿਤ ਰਹਿ ਗਈ ਹੈ, ਜਿਹੜਾ ਸਰਵਿਸ ਸੈਕਟਰ ਹੈ ਉੱਥੇ ਜ਼ਿਆਦਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ. ਸੋ ਉਰੇ ਆਪਣੇ ਕੋਲ ਸਹੀ ਉੱਤਰ ਹੈ ਆਪਸ਼ਨ A. ਸੋ ਨੈਕਸਟ ਕੁਐਸਚਨ ਹੈ ਵੀ ਜਿਹੜੀ ਰਿਜ਼ਰਵ ਮਨੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਉਹਦਾ ਬਿਗੇਸਟ ਕੰਪੋਨੈਂਟ ਕੀ ਹੈ? ਸੋ ਸਭ ਤੋਂ ਜ਼ਿਆਦਾ ਚੀਜ਼ ਜਿਹੜੀ
ਰਿਜ਼ਰਵ ਮਨੀ ਦੇ ਵਿੱਚ ਆਉਂਦੀ ਹੈ ਉਹ ਹੈ ਕਰੰਸੀ ਇਨ ਸਰਕੂਲੇਸ਼ਨ ਆਪਸ਼ਨ ਬੀ। ਨੈਕਸਟ ਇਜ਼ ਨਾਰਥ ਈਸਟ ਰੂਰਲ ਲਾਈਵਲੀਹੁੱਡ ਪ੍ਰੋਜੈਕਟ ਹੈ ਜਿਹੜਾ ਸਪੈਸ਼ਲੀ ਇੰਡੀਆ ਦੇ ਵਿੱਚ ਨਾਰਥ ਈਸਟ ਸਟੇਟਸ ਦੀ ਡਿਵੈਲਪਮੈਂਟ ਲਈ ਲਿਆਂਦਾ ਗਿਆ ਹੈ। ਇਹਦੇ ਵਿੱਚ ਡਿਫਰੈਂਟ ਕੰਪੋਨੈਂਟਸ ਨੇ, ਮੇਨ 4 ਕੰਪੋਨੈਂਟਸ ਨੇ ਬੇਸਿਕਲੀ। ਸੋ ਆਪਾਂ ਨੇ ਦੱਸਣਾ ਵੀ ਆਪਸ਼ਨਸ ਦੇ ਵਿੱਚੋਂ ਕਿਹੜਾ ਕੰਪੋਨੈਂਟ ਨਹੀਂ ਹੈ। ਸੋ ਸੋਸ਼ਲ ਇੰਪਾਵਰਮੈਂਟ, ਇਕਨੋਮਿਕ ਪਾਰਟਨਰਸ਼ਿਪ ਡਿਵੈਲਪਮੈਂਟ, ਇਹ ਤਿੰਨੋਂ ਹੀ ਕੰਪੋਨੈਂਟਸ ਨੇ, ਮਲਟੀ ਫੈਸੇਟਡ ਗਵਰਨੈਂਸ ਕੰਪੋਨੈਂਟ ਨਹੀਂ ਹੈ। 31st ਕੁਐਸਚਨ ਹੈ ਇਨਕਲੂਸਿਵ ਗਰੋਥ ਦੇ ਵਿੱਚ ਆਪਾਂ ਨੂੰ ਕੀ ਚੀਜ਼ਾਂ ਰਿਫਲੈਕਟ ਹੁੰਦੀਆਂ ਨੇ। ਸੋ ਜਿਹੜੇ ਚਾਰੋਂ ਇੰਡੈਕਸ ਦਿੱਤੇ ਨੇ ਆਪਾਂ ਨੂੰ ਡਿਫਰੈਂਟ ਗਰੋਥ ਰੇਟਸ ਨੇ, ਇਹ ਸਾਰੇ ਹੀ ਇਨਕਲੂਸਿਵ ਗਰੋਥ ਦਾ ਪਾਰਟ ਨੇ। ਸੋ ਫਰਸਟ ਹੈ ਸਟੇਟ ਜੀਡੀਪੀ ਗਰੋਥ ਰੇਟ, then inequality adjusted HDI gender development index, ਤੇ most importantly multi-dimensional poverty index code. So all the above. 32nd question is optional money ਨੂੰ ਆਪਾਂ ਹੋਰ ਕਿਹੜੇ ਨਾਮ ਦੇ ਨਾਲ ਜਾਣਦੇ ਆ, ਹੋਰ ਕਿਹੜੀ ਟਰਮ optional money ਦੇ ਲਈ ਵਰਤੀ ਜਾਂਦੀ ਹੈ। ਸੋ ਉਹ ਹੈ non legal tender money। ਨੈਕਸਟ ਆਪਾਂ ਨੇ ਮੈਚ ਕਰਨਾ ਹੈ ਇਨਫਲੇਸ਼ਨ ਨੂੰ ਉਹਦੇ ਮੀਨਿੰਗਸ ਦੇ ਨਾਲ। ਸੋ ਡਿਮਾਂਡ ਪੁੱਲ ਇਨਫਲੇਸ਼ਨ ਕਦੋਂ ਹੁੰਦੀ ਹੈ? ਜਦੋਂ ਪ੍ਰਾਈਸ ਡਿਮਾਂਡ ਸਪਲਾਈ ਉੱਤੇ ਡਿਪੈਂਡ ਕਰਦੇ ਨੇ। ਦੈਨ ਕਾਸਟ ਪੁਸ਼ ਇਨਫਲੇਸ਼ਨ, ਜਦੋਂ ਕਾਸਟ ਆਫ ਫੈਕਟਰ ਆਫ ਪ੍ਰੋਡਕਸ਼ਨ ਉੱਤੇ ਨਿਰਭਰ ਕਰਦੇ ਆ। ਨੈਕਸਟ ਸਪਰੈਸਡ ਇਨਫਲੇਸ਼ਨ, ਜਦੋਂ ਪ੍ਰਾਈਸ ਕੋਈ ਸਰਕਾਰ ਗਵਰਨਮੈਂਟ ਅਡਾਪਟ ਕਰੇ, ਸੋ ਕੁਝ ਐਡਮਿਨਿਸਟ੍ਰੇਟਿਵ ਮੈਜਰਸ ਦੇ ਨਾਲ ਗਵਰਨਮੈਂਟ ਕੰਟਰੋਲ ਕਰੇ, ਉਸ ਟਾਈਮ ਆਪਾਂ ਕਹਿੰਦੇ ਆ ਸਪਰੈਸਡ ਇਨਫਲੇਸ਼ਨ। ਤੇ ਨੈਕਸਟ ਹੈ ਕ੍ਰੀਪਿੰਗ ਇਨਫਲੇਸ਼ਨ, ਜਦੋਂ ਪ੍ਰਾਈਸ ਇਨੀਸ਼ੀਅਲੀ ਸਟਾਰਟਿੰਗ ਵਿੱਚ ਰਾਈਜ਼ ਹੋ ਜਾਣ, ਸੋ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਕ੍ਰੀਪਿੰਗ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ। Which type of unemployment characterize an economy passing through rapid technological changes? So ਜਦੋਂ ਲਗਾਤਾਰ technological changes ਆਉਂਦੀਆਂ ਨੇ ਤਾਂ ਉਸ ਸਮੇਂ ਆਪਾਂ ਕਹਿੰਦੇ ਆ ਕਿ structural unemployment ਹੋ ਰਹੀ ਹੈ। Next ਹੈ Diamond Quadrilateral Project of Indian Railway intend to. So ਇਸ project ਦਾ main ਮਕਸਦ ਹੈ ਕਿ 4 ਮੈਟਰੋ ਸਿਟੀਜ਼ ਨੂੰ ਹਾਈ ਸਪੀਡ ਰੇਲਵੇ ਨੈਟਵਰਕ ਦੇ ਨਾਲ ਕਨੈਕਟ ਕਰਨਾ। ਨੈਕਸਟ ਇਜ਼ ਕੁਆਟਰਨਰੀ ਸੈਕਟਰ ਕਿਹੜਾ ਹੁੰਦਾ ਹੈ? ਸੋ ਕੁਆਟਰਨਰੀ ਸੈਕਟਰ ਉਹ ਹੈ ਜਿਹਦੇ ਵਿੱਚ ਰਿਸਰਚ ਤੇ ਡਿਵੈਲਪਮੈਂਟ ਐਕਟੀਵਿਟੀ ਹੋਣ। ਇਕੁਇਨਰੀ ਸੈਕਟਰ ਵੀ ਹੁੰਦਾ ਹੈ। ਸੋ ਮੇਨ ਜਿਹੜੇ ਸੈਕਟਰ ਨੇ ਆਪਾਂ ਬੇਸਿਕਲੀ ਪੜ੍ਹਦੇ ਆ ਉਹ ਨੇ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ। ਬਟ ਇਹ ਦੋ ਹੋਰ ਇੰਪੋਰਟੈਂਟ ਸੈਕਟਰ ਨੇ ਜਿਹੜੇ ਇਹਨਾਂ ਤਿੰਨ ਤੋਂ ਇਲਾਵਾ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਨੈਕਸਟ ਇਜ਼ 37th which of the following statement are correct about ਸਾਗਰਮਾਲਾ ਪ੍ਰੋਜੈਕਟ? ਸੋ ਸਾਗਰਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਪਹਿਲੀ ਹੈ ਇਹਦਾ ਆਬਜੈਕਟਿਵ। ਸੋ ਇਹਦਾ ਆਬਜੈਕਟਿਵ ਹੈ ਟੂ ਪ੍ਰਮੋਟ ਪੋਰਟਲ ਡਾਇਰੈਕਟ ਐਂਡ ਇਨਡਾਇਰੈਕਟ ਡਿਵੈਲਪਮੈਂਟ। ਸੋ ਪੋਰਟ ਲੈਡ, ਕਿਸੇ ਵੀ ਪੋਰਟ ਦੇ ਉੱਤੇ ਜਿਹੜੇ ਸ਼ਿਪਿੰਗ ਪੋਰਟਸ ਹੁੰਦੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਡਾਇਰੈਕਟਲੀ ਇਨਡਾਇਰੈਕਟਲੀ ਡਿਵੈਲਪਮੈਂਟ ਕਰਨੀ। ਦੂਜਾ it will address the challenges by focusing only on building port infrastructure. So A statement गलत है, option A बिल्कुल right answer है। Which of the following bank are part of famous SHG bank linkage program for microfinance in India? So ਇਹਨਾਂ ਦੇ ਵਿੱਚੋਂ RRB, Cooperative Commercial Bank, ਇਹ ਤਿੰਨੋਂ ਹੀ ਸੈਲਫ ਹੈਲਪ ਗਰੁੱਪ ਬੈਂਕ ਲਿੰਕੇਜ ਪ੍ਰੋਗਰਾਮ ਦੇ ਪਾਰਟ ਨੇ। ਸੋ ਉਰੇ ਆਪਣੇ ਕੋਲ ਸਹੀ ਉੱਤਰ ਹੈ ਆਪਸ਼ਨ ਡੀ। ਨੈਕਸਟ ਇਜ਼ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਨੂੰ ਕੌਣ ਐਡਮਿਨਿਸਟਰ ਕਰਦਾ ਹੈ, ਇਹਦੀ ਇੰਪਲੀਮੈਂਟੇਸ਼ਨ ਨੂੰ ਕੌਣ ਐਡਮਿਨਿਸਟਰ ਕਰਦਾ ਹੈ? ਸੋ ਉਹ ਹੈ ਇੰਡੀਆ ਦੀ ਹੋਮ ਮਿਨਿਸਟਰੀ। ਰੈਪੋ ਰੇਟ ਦਾ ਕੀ ਮਤਲਬ ਹੈ? ਸੋ ਰੈਪੋ ਰੇਟ ਉਹ ਰੇਟ ਹੈ ਜਿਹਦੇ ਵਿੱਚ RBI ਅਲਾਉ ਕਰਦੀ ਹੈ ਕਮਰਸ਼ੀਅਲ ਬੈਂਕ ਨੂੰ ਕਿ ਉਹ ਥੋੜੇ ਸਮੇਂ ਦੇ ਲਈ ਟੈਂਪਰੇਰੀਲੀ ਲੋਨ ਫੈਸਿਲਿਟੀ ਲੈ ਸਕਣ ਗਵਰਨਮੈਂਟ ਸਿਕਿਉਰਿਟੀਜ਼ ਦੇ ਅਗੇਂਸਟ, ਤੇ ਨਾਲ ਹੀ ਉਹਨਾਂ ਦੇ ਉੱਤੇ ਕੰਡੀਸ਼ਨ ਲਗਾਈ ਜਾਂਦੀ ਹੈ ਕਿ ਬੈਂਕ ਨੂੰ ਜਿਹੜੀਆਂ ਸਿਕਿਉਰਿਟੀਜ਼ ਨੇ ਉਹ ਬਹੁਤ ਥੋੜੇ ਸਮੇਂ ਦੇ ਵਿੱਚ ਦੁਬਾਰਾ ਤੋਂ ਰੀਪਰਚੇਸ ਕਰਨੀਆਂ ਪੈਣਗੀਆਂ। ਸੋ ਇਟ ਇਜ਼ ਦ ਰੇਟ ਐਟ ਵਿਚ RBI temporarily allow loan facility to commercial bank against government security on condition that bank will repurchase the security within short period. Next is when RBI does some open market operation transaction, it wishes to regulate which of the following? So ਉਰੇ RBI ਦੇ ਦੋ ਮਕਸਦ ਨੇ, ਇੱਕ ਤਾਂ ਇਨਫਲੇਸ਼ਨ ਨੂੰ ਟਾਰਗੇਟ ਕਰ ਰਹੀ ਹੁੰਦੀ ਹੈ, ਕੰਟਰੋਲ ਕਰਨਾ ਹੁੰਦਾ।
ਦੂਜਾ ਇਕਨੋਮੀ ਦੇ ਵਿੱਚ ਉਹਨੇ ਪੈਸੇ ਨੂੰ ਸਪਲਾਈ ਕਰਨਾ ਹੁੰਦਾ। ਸੋ ਉਰੇ ਆਪਣੇ ਕੋਲ ਸਹੀ ਆਨਸਰ ਹੈ ਆਪਸ਼ਨ ਨੰਬਰ ਡੀ। ਨੈਕਸਟ ਆਪਾਂ ਨੇ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਇੰਡੀਅਨ ਪਲਾਨਿੰਗ ਦਾ ਕਿਹੜਾ ਫੀਚਰ ਨਹੀਂ ਹੈ। ਪਹਿਲਾ ਫਿਜ਼ੀਕਲ ਪਲਾਨਿੰਗ, ਦੂਜਾ ਇੰਡੀਕੇਟਿਵ ਇਕਨੋਮਿਕ ਪਲਾਨਿੰਗ, ਤੀਜਾ ਡੀਸੈਂਟਰਲਾਈਜ਼ਡ ਪਲਾਨਿੰਗ। ਸੋ ਰਾਈਟ ਆਨਸਰ ਹੇਅਰ ਇਜ਼ none of the above. Next is which of the following is function of NABARD? So NABARD ਦੇ ਇਹ ਤਿੰਨੋਂ ਹੀ important function ਨੇ। ਪਹਿਲਾ ground level credit to agriculture, ਦੂਜਾ credit ਦੀ planning ਉਹਦੀ monetary, ਤੇ ਲਾਸਟ ਵਿੱਚ rural financial institutions ਦੇ ਲਈ proper guidelines ਬਣਾਉਣੀਆਂ related to operations। ਸੋ ਇੰਡੀਆ ਦੇ ਵਿੱਚ ਆਪਾਂ ਆਰਥਿਕ ਡਿਵੈਲਪਮੈਂਟ ਦੀ ਗੱਲ ਕਰੀਏ, ਇਕਨੋਮਿਕ ਡਿਵੈਲਪਮੈਂਟ ਦੀ, ਤਾਂ ਮੇਨ ਜਿਹੜਾ ਇੰਡੀਆ ਰਿਟਾਰਡ ਕਰ ਰਿਹਾ, ਪਿੱਛੇ ਰਹਿ ਰਿਹਾ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ, ਉਹਦਾ ਮੇਨ ਕਾਰਨ ਕੀ ਹੈ? ਸੋ ਮੇਨ ਹੈ ਇੰਡੀਆ ਦੀ ਪੂਅਰ ਇਨਫਰਾਸਟ੍ਰਕਚਰ ਫੈਸਿਲਿਟੀ। ਨੈਕਸਟ ਇਜ਼ ਪੀਰੀਓਡਿਕਲ ਸੈਂਪਲ ਸਰਵੇ ਫॉर ਐਸਟੀਮੇਟਿੰਗ ਪੋਵਰਟੀ ਲਾਈਨ। ਗਰੀਬੀ ਰੇਖਾ ਨੂੰ ਐਸਟੀਮੇਟ ਕਰਨ ਦੇ ਲਈ ਇੰਡੀਆ ਦੇ ਵਿੱਚ ਕੌਣ ਕੰਡਕਟ ਕਰਦਾ ਸਰਵੇ? ਸੋ ਉਹ ਹੈ NSSO, National Sample Survey Organization। Next 46, relative poverty ਨੂੰ ਜੇ ਆਪਾਂ ਨੇ measure ਕਰਨਾ ਹੈ ਤਾਂ ਉਹਦੇ ਲਈ ਕਿਹੜਾ ਮੈਥਡ ਆਪਾਂ ਅਪਣਾਉਂਦੇ ਆ? ਸੋ ਉਹਦੇ ਲਈ ਦੋ ਮੈਥਡ ਨੇ, ਗਿਨੀ ਕੋਐਫੀਸ਼ੀਐਂਟ ਜਾਂ ਫਿਰ ਲੋਰੈਂਸ ਕਰਵ। Which of the following is nodal ministry to identify BPL family in urban area? ਸੋ ਸ਼ਹਿਰੀ ਖੇਤਰਾਂ ਦੇ ਵਿੱਚ ਜੇ ਆਪਾਂ ਨੇ ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਤੋਂ ਨੀਚੇ ਵਾਲੇ ਪਰਿਵਾਰਾਂ ਨੂੰ ਆਈਡੈਂਟੀਫਾਈ ਕਰਨਾ ਹੈ, ਉਹਦੇ ਲਈ ਨੋਡਲ ਮਿਨਿਸਟਰੀ ਕਿਹੜੀ ਹੈ? ਸੋ ਉਹ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਪਾਵਰਟੀ ਐਲੀਵੇਸ਼ਨ। Unemployment which occur when worker move from one job to another। ਸੋ ਇੱਕ ਜੌਬ ਛੱਡ ਕੇ ਦੂਜੀ ਦੀ ਭਾਲ ਵਿੱਚ ਜਾ ਰਹੇ ਨੇ, ਜਿਹੜੇ ਥੋੜੇ ਸਮੇਂ ਦੇ ਲਈ ਬੇਰੁਜ਼ਗਾਰ ਰਹਿੰਦੇ ਨੇ, ਉਹਨੂੰ ਆਪਾਂ ਕਹਿੰਦੇ ਆ frictional unemployment। Balance of payment of a country is a systematic record of। ਸੋ balance of payment ਆਪਣੇ starting ਦੇਖਿਆ ਸੀ, ਜੋ ਵੀ foreign ਦਾ inflow ਹੋ ਰਿਹਾ, outflow ਹੋ ਰਿਹਾ, ਉਹਦਾ difference। ਸੋ ਇਹ ਹੈ all import and transaction of a country during a given period, normally a year। ਤੇ ਅੱਜ ਦਾ ਆਪਣਾ last question ਰਹੂਗਾ ਇਸ MCQ series ਦੇ ਵਿੱਚੋਂ, what is jam number trinity? ਸੋ ਇਹ ਇੱਕ mechanism ਹੈ ਜਿਹੜਾ ਕਿ ਬਣਾਇਆ ਗਿਆ for targeted and less distortive way of supporting poor। ਸੋ poor ਨੂੰ ਮਦਦ ਕਰਨ ਦੇ ਲਈ ਇੱਕ proper scheme ਹੈ jam number trinity। So this was all about our today's lecture. I hope you liked the video. Keep supporting Victor's Knowledge. Thank you and good luck.